ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਬਰਨ ਕੌਰ ਮਾਨ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਇਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਇਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਕੈਲੀਫੋਰਨੀਆ ਪ੍ਰਸ਼ਾਸਨ ਕਰ ਰਿਹਾ ਹੈ ਕਰੋਨਾ ਮੌਤਾਂ ਨਾਲ ਨਜਿੱਠਣ ਦੀ ਤਿਆਰੀ। ਦਿੱਤਾ ਹਜ਼ਾਰਾਂ ਬੋਡੀ ਬੈਗਸ ਦਾ ਆਰਡਰ। ਐਮਾਜ਼ਨ ਸੰਸਥਾਪਕ ਜੈਫ ਬੇਜ਼ੋਸ ਦੀ ਸਾਬਕਾ ਪਤਨੀ ਨੇ ਕਰੋਨਾ ਮਹਾਮਾਰੀ ਦੌਰਾਨ ਦਾਨ ਕੀਤੇ $4.2 ਬਿਲੀਅਨ। ਟਰੰਪ ਨੇ ਮੌਤ ਦੀ ਸਜ਼ਾ ਦੇ ਸਾਰੇ ਪੈਂਡਿੰਗ ਮਾਮਲੇ ਨਿਪਟਾਏ। ਕੁੱਲ 7 ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਦੂਸਰੇ ਦਿਨ ਦੀ ਸੁਣਵਾਈ। ਠਰ ਦੀ ਠੰਡ ਵਿੱਚ ਬੈਠੇ ਕਿਸਾਨਾਂ ਲਈ ਡਾਕਟਰ SP ਓਬਰਾਇਨ ਨੇ ਲਗਾਇਆ ਫ੍ਰੀ ਮੈਡੀਕਲ ਕੈਂਪ। USA ਨੇ ਕਰੋਨਾ ਵੈਕਸੀਨ ਨੂੰ ਦੱਸਿਆ ਚਮਤਕਾਰ। ਟਰੰਪ ਦਾ ਮਜ਼ਾਕ ਉਡਾਉਣ ਵਾਲੇ ਮੀਡੀਆ ਤੇ ਵੀ ਸਾਧਿਆ ਨਿਸ਼ਾਨਾ। ਵਿਰੋਧੀਆਂ ਨੂੰ ਡਰਾ ਕੇ ਹੁਣ ਸੈਨੇਟ 'ਚ ਤਾਕਤ ਵਧਾਉਣ ਦੀ ਕੋਸ਼ਿਸ਼ 'ਚ ਇਮਰਾਨ। ਹੁਣ ਖਬਰਾਂ ਵਿਸਥਾਰ ਨਾਲ। ਅਮਰੀਕੀ ਸੂਬੇ ਕੈਲੀਫੋਰਨੀਆ ਵਿੱਚ ਕਰੋਨਾ ਵਾਇਰਸ ਨੇ ਬਹੁਤ ਵੱਡੇ ਪੱਧਰ ਤੇ ਆਪਣਾ ਪ੍ਰਕੋਪ ਢਾਇਆ ਹੈ। ਸੂਬੇ ਵਿੱਚ ਵਾਇਰਸ ਦੀ ਲਾਗ ਦੇ ਮਾਮਲਿਆਂ ਨਾਲ ਮੌਤਾਂ ਵਿੱਚ ਵੀ ਲਗਾਤਾਰ ਵਾਧਾ ਜਾਰੀ ਹੈ। ਮੌਤ ਵਿੱਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਗਵਰਨਰ ਗੈਵਿਨ ਨਿਊਸਮ ਅਨੁਸਾਰ ਕੈਲੀਫੋਰਨੀਆ ਨੇ ਮੰਗਲਵਾਰ ਨੂੰ ਮ੍ਰਿਤਕਾਂ ਨੂੰ ਸੰਭਾਲਣ ਲਈ 5000 ਬੋਡੀ ਬੈਗ ਆਰਡਰ ਕਰਨ ਦੇ ਨਾਲ ਰਾਜ ਦੇ ਮਾਸ ਫਰਟੀਲਿਟੀ ਪ੍ਰੋਗਰਾਮ ਨੂੰ ਵੀ ਚਾਲੂ ਕੀਤਾ ਹੈ। ਵਾਇਰਸ ਦੇ ਸੰਬੰਧ ਵਿੱਚ ਰਾਜ ਦੇ ਸਿਹਤ ਵਿਭਾਗ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਹਫ਼ਤੇ ਕੈਲੀਫੋਰਨੀਆ ਵਿੱਚ 1000 ਤੋਂ ਵੱਧ ਅਤੇ ਮੰਗਲਵਾਰ ਨੂੰ 142 ਲੋਕਾਂ ਦੀ ਮੌਤ ਕੋਵਿਡ-19 ਦੀ ਵਜ੍ਹਾ ਨਾਲ ਹੋਈ ਹੈ ਅਤੇ ਅਗਲੇ 2 ਹਫ਼ਤਿਆਂ ਵਿੱਚ ਹੋਰ ਮੌਤਾਂ ਹੋਣ ਦੀ ਸੰਭਾਵਨਾ ਹੈ ਕਿਉਂਕਿ ਪ੍ਰਾਂਤ ਵਿੱਚ ਲਾਗ ਦੇ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਸ ਦੌਰਾਨ ਸੋਮਵਾਰ ਨੂੰ 30,000 ਤੋਂ ਵੱਧ ਲੋਕਾਂ ਨੇ ਵਾਇਰਸ ਦਾ ਸਕਾਰਾਤਮਕ ਟੈਸਟ ਵੀ ਕੀਤਾ ਹੈ। ਇਹ ਮ੍ਰਿਤਕ ਸਰੀਰ ਨੂੰ ਸੰਭਾਲਣ ਵਾਲੇ ਬੈਗ ਸੂਬੇ ਦੀਆਂ 3 ਕਾਉਂਟੀਜ਼ ਲਾਸ ਏਂਜਲਸ, ਸੈਨ ਡਿਏਗੋ ਅਤੇ ਇਨੀਓਏ ਵਿੱਚ ਮੌਤਾਂ ਦੀ ਸਥਿਤੀ ਨਾਲ ਨਜਿੱਠਣ ਲਈ ਆਰਡਰ ਕੀਤੇ ਗਏ ਹਨ। ਇਸ ਦੇ ਇਲਾਵਾ ਹਸਪਤਾਲਾਂ ਅਤੇ ਮੁਰਦਾ ਘਰਾਂ ਤੋਂ ਇਲਾਵਾ ਲਾਸ਼ਾਂ ਨੂੰ ਸਟੋਰ ਕਰਨ ਲਈ 60 ਰੈਫਰੀਜਰੇਟਡ ਸਟੋਰੇਜ ਟਰੱਕ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਕੋਵਿਡ ਦੇ ਮਰੀਜ਼ਾਂ ਨਾਲ ਰਾਜ ਭਰ ਵਿੱਚ ਇੰਟੈਂਸਿਵ ਕੇਅਰ ਯੂਨਿਟਾਂ ਦੀ ਘਾਟ ਪੈਦਾ ਹੋ ਰਹੀ ਹੈ। ਜੌਨਸ ਹੌਪਕਿੰਸ ਦੇ ਅੰਕੜਿਆਂ ਅਨੁਸਾਰ ਕੈਲੀਫੋਰਨੀਆ, ਜੋ ਕਿ ਦੇਸ਼ 'ਚ ਵੱਧ ਆਬਾਦੀ ਵਾਲਾ ਰਾਜ ਹੈ, ਵਿੱਚ 21,000 ਤੋਂ ਵੱਧ ਲੋਕ ਇਸ ਵਾਇਰਸ ਨਾਲ ਮਰ ਚੁੱਕੇ ਹਨ, ਜਦਕਿ ਪੂਰੇ USA ਵਿੱਚ 3 ਲੱਖ ਤੋਂ ਵੱਧ ਲੋਕਾਂ ਦੀ ਮੌਤ ਕੋਵਿਡ-19 ਦਾ ਸ਼ਿਕਾਰ ਹੋਣ ਤੋਂ ਬਾਅਦ ਹੋਈ ਹੈ। ਆਨਲਾਈਨ ਸ਼ਾਪਿੰਗ ਕੰਪਨੀ ਐਮਾਜ਼ਨ ਦੇ CEO ਜੈਫ ਬੇਜ਼ੋਸ ਦੀ ਸਾਬਕਾ ਪਤਨੀ ਮੈਕਨੀਸ ਸਕਾਟ ਨੇ ਕਰੋਨਾ ਵਾਇਰਸ ਦੌਰਾਨ ਪਿਛਲੇ 4 ਮਹੀਨਿਆਂ ਵਿੱਚ ਸੰਘਰਸ਼ ਕਰ ਰਹੇ ਅਮਰੀਕਾ ਵਾਸੀਆਂ ਦੀ ਸਹਾਇਤਾ ਕਰਨ ਲਈ ਚੈਰਿਟੀਜ਼ ਨੂੰ ਤਕਰੀਬਨ $4.2 ਬਿਲੀਅਨ ਦਾਨ ਵਿੱਚ ਦਿੱਤੇ ਹਨ। ਇਸ ਸੰਬੰਧੀ ਮੰਗਲਵਾਰ ਨੂੰ ਇੱਕ ਪੋਸਟ ਵਿੱਚ ਵਿਸ਼ਵ ਦੀ ਇਸ ਤੀਜੀ ਅਮੀਰ ਔਰਤ ਨੇ ਦੱਸਿਆ ਹੈ ਕਿ ਇਸ ਸੰਕਟ ਦੌਰਾਨ ਉਸਨੇ ਦੇਸ਼ ਭਰ ਦੀਆਂ 384 ਸੰਸਥਾਵਾਂ, ਜਿਨ੍ਹਾਂ ਵਿੱਚ ਫੂਡ ਬੈਂਕ, ਸਮਾਜ ਸੇਵੀ ਪ੍ਰੋਗਰਾਮ, ਨਾਗਰਿਕ ਅਧਿਕਾਰ ਸਮੂਹ, ਕਾਲਜ ਅਤੇ ਯੂਨੀਵਰਸਿਟੀਆਂ ਸ਼ਾਮਲ ਹਨ, ਨੂੰ ਇਹ ਰਾਸ਼ੀ ਦਿੱਤੀ ਹੈ। ਇਸ ਸਹਾਇਤਾ ਪ੍ਰਕਿਰਿਆ ਵਿੱਚ ਸਕਾਟ ਅਨੁਸਾਰ ਉਸ ਦੇ ਸਲਾਹਕਾਰਾਂ ਦੀ ਟੀਮ ਨੇ ਲਗਭਗ 6,500 ਸੰਸਥਾਵਾਂ ਦੇ ਸ਼ੁਰੂਆਤੀ ਪੂਲ ਤੋਂ ਦਾਨ ਦੀ ਰਾਸ਼ੀ ਪ੍ਰਾਪਤ ਕਰਨ ਵਾਲਿਆਂ ਦੀ ਚੋਣ ਕੀਤੀ ਤਾਂ ਜੋ ਪ੍ਰਭਾਵਸ਼ਾਲੀ ਢੰਗ ਨਾਲ ਪੈਸੇ ਦੀ ਵਰਤੋਂ ਕਰ ਸਕਣ, ਅਤੇ ਉਸ ਦੀ ਟੀਮ ਨੂੰ ਚੈਰਿਟੀਜ਼ ਬਾਰੇ ਸੈਂਕੜੇ ਈਮੇਲ ਅਤੇ ਫੋਨ ਇੰਟਰਵਿਊਜ਼ ਨਾਲ ਚੰਗੀ ਤਰ੍ਹਾਂ ਪੜਤਾਲ ਕਰੀ ਸੀ। ਜਦਕਿ ਸਕਾਟ ਦੁਆਰਾ ਕੀਤੇ ਇਸ ਤਾਜ਼ਾ ਦਾਨ ਨਾਲ ਉਸ ਦੁਆਰਾ ਇਸ ਸਾਲ ਵਿੱਚ ਕੀਤੇ ਕੁੱਲ ਦਾਨ ਦੀ ਰਕਮ ਨੂੰ ਲਗਭਗ $5.8 ਬਿਲੀਅਨ ਤੱਕ ਪਹੁੰਚਾ ਦਿੱਤਾ ਹੈ। ਬਲੂਮਬਰਗ ਦੇ ਅਰਬਪਤੀਆਂ ਦੀ ਸੂਚੀ ਪੱਤਰ ਅਨੁਸਾਰ ਸਕਾਟ ਫਿਲਹਾਲ ਆਪਣੀ ਅੱਧੀ ਤੋਂ ਵੱਧ ਦੌਲਤ ਦੇਣ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਅਜੇ ਬਹੁਤ ਦੂਰ ਹੈ। ਜ਼ਿਕਰਯੋਗ ਹੈ ਕਿ ਸਕਾਟ ਨੇ ਬੇਜੋਸ਼ ਨਾਲ ਤਲਾਕ ਦੀ ਘੋਸ਼ਣਾ ਕਰਨ ਤੋਂ ਬਾਅਦ ਮਈ 2019 ਵਿੱਚ ਚੈਰਿਟੀਜ਼ ਦੀ ਸਹਾਇਤਾ ਕਰਨ ਦਾ ਟੀਚਾ ਮਿੱਥਿਆ ਸੀ। ਅਮਰੀਕਾ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ 'ਚ ਮੌਤ ਦੀ ਸਜ਼ਾ ਦੇ ਜਿੰਨੇ ਮਾਮਲੇ ਨਿਪਟਾਏ ਗਏ, ਉਨੇ ਪਹਿਲਾਂ ਕਦੀ ਨਹੀਂ ਨਿਪਟੇ। ਟਰੰਪ ਨੇ 17 ਸਾਲ ਤੋਂ ਲਟਕੇ 10 ਮਹੀਨਿਆਂ 'ਚ ਮੌਤ ਦੀ ਸਜ਼ਾ ਨੂੰ ਵੀ ਮਨਜ਼ੂਰੀ ਦੇ ਦਿੱਤੀ। ਨਤੀਜੇ ਵਜੋਂ ਸਨ 1800 ਤੋਂ ਬਾਅਦ ਉਹਨਾਂ ਦੇ ਕਾਰਜਕਾਲ 'ਚ ਸਭ ਤੋਂ ਵੱਧ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ। ਰਾਸ਼ਟਰਪਤੀ ਟਰੰਪ ਨੇ ਮੌਤ ਦੀ ਸਜ਼ਾ ਦੇ ਸਾਰੇ ਵਿਚਾਰ ਅਧੀਨ ਮਾਮਲੇ ਖਤਮ ਕਰ ਦਿੱਤੇ। ਅਮਰੀਕਾ 'ਚ 2020 'ਚ ਕੁੱਲ 7 ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈ, ਜਦਕਿ 2019 'ਚ 22 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਵਾਸ਼ਿੰਗਟਨ ਸਥਿਤ ਡੈਥ ਪੈਨਲਟੀ ਇਨਫੋਰਮੇਸ਼ਨ ਸੈਂਟਰ ਦੇ ਐਗਜ਼ੀਕਿਊਟਿਵ ਡਾਇਰੈਕਟਰ ਰਾਬਰਟ ਡੈਨਹਮ ਮੁਤਾਬਕ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਅਸੀਂ ਕਦੀ ਵੀ ਇਸ ਦੀ ਉਮੀਦ ਨਹੀਂ ਕੀਤੀ ਸੀ। ਉਹਨਾਂ ਕਿਹਾ ਕਿ ਅਸੀਂ ਮੌਤ ਦੀ ਸਜ਼ਾ ਦੇ ਵਿਸ਼ੇ 'ਚ ਕੋਈ ਬਹਿਸ ਨਹੀਂ ਛੇੜ ਰਹੇ, ਪਰ ਸੰਘੀ ਸਰਕਾਰ ਨੇ ਜਿਸ ਤਰ੍ਹਾਂ ਸਭ ਤੋਂ ਵੱਡੀ ਸਜ਼ਾ ਦੇਣ 'ਚ ਕਾਹਲ ਦਿਖਾਈ, ਉਸ ਨੂੰ ਠੀਕ ਨਹੀਂ ਮੰਨਦੇ। ਟਰੰਪ ਪ੍ਰਸ਼ਾਸਨ 20 ਜਨਵਰੀ ਤੱਕ 3 ਹੋਰ ਲੋਕਾਂ ਨੂੰ ਮੌਤ ਦੀ ਸਜ਼ਾ ਦੇਵੇਗਾ। ਇਸੇ ਦਿਨ ਨਵੇਂ ਰਾਸ਼ਟਰਪਤੀ ਦੇ ਰੂਪ ਡੈਮੋਕ੍ਰੈਟਿਕ ਪਾਰਟੀ ਦੇ ਜੋ ਬਾਈਡਨ ਸਹੁੰ ਚੁੱਕ ਲੈਣਗੇ।
ਬਾਈਡਨ ਮੌਤ ਦੀ ਸਜ਼ਾ ਦੇ ਵਿਰੋਧੀ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਦੇ 34 ਸੂਬਿਆਂ ਤੋਂ ਮੌਤ ਦੀ ਸਜ਼ਾ ਦੀ ਮੱਦ ਖਤਮ ਕੀਤੀ ਜਾ ਚੁੱਕੀ ਹੈ ਜਾਂ ਫਿਰ ਬੀਤੇ 10 ਸਾਲਾਂ ਤੋਂ ਉੱਥੇ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ। ਕੇਂਦਰ ਨੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 22ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਤੇ ਡਟੇ ਹੋਏ ਹਨ। ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜਿੱਦ ਤੇ ਅੜੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਇਸ ਮਾਮਲੇ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਉਹ ਅੰਦੋਲਨ ਨੂੰ ਖਤਮ ਨਹੀਂ ਕਰਨਗੇ। ਕਿਸਾਨਾਂ ਦੀਆਂ 30 ਜਥੇਬੰਦੀਆਂ ਅੱਜ 3 ਨਵੇਂ ਖੇਤੀਬਾੜੀ ਕਾਨੂੰਨਾਂ ਦੇ ਸੰਬੰਧ ਵਿੱਚ ਮੀਟਿੰਗ ਕਰ ਰਹੀਆਂ ਹਨ। ਇਸ ਮੀਟਿੰਗ ਵਿੱਚ ਕਿਸਾਨ ਸੰਤ ਰਾਮ ਸਿੰਘ ਦੀ ਖੁਦਕੁਸ਼ੀ ਦੇ ਮੁੱਦੇ ਤੇ ਵਿਚਾਰ ਵਟਾਂਦਰੇ ਕਰਨਗੇ। ਇਸ ਤੋਂ ਇਲਾਵਾ ਸੁਪਰੀਮ ਕੋਰਟ ਵਿੱਚ ਚੱਲ ਰਹੇ ਕੇਸ ਦੀ ਰਣਨੀਤੀ ਤਿਆਰ ਕਰਨ ਤੇ ਵਿਚਾਰ ਵਟਾਂਦਰੇ ਹੋਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਕਾਨੂੰਨੀ ਨੋਟਿਸ ਮਿਲਣ ਤੋਂ ਬਾਅਦ ਉਹ ਸੁਪਰੀਮ ਕੋਰਟ ਵਿੱਚ ਆਪਣਾ ਪੱਖ ਰੱਖਣ ਤੇ ਕਾਰਵਾਈ ਦੀ ਯੋਜਨਾ ਤਿਆਰ ਕਰਨਗੇ। ਇਸ ਮੁੱਦੇ ਉੱਤੇ ਸੁਪਰੀਮ ਕੋਰਟ ਵਿੱਚ ਅੱਜ ਲਗਾਤਾਰ ਦੂਜੇ ਦਿਨ ਵੀ ਸੁਣਵਾਈ ਹੋਣੀ ਹੈ। ਕੱਲ ਇਸ ਮਾਮਲੇ ਦੇ ਹੱਲ ਲਈ ਕਮੇਟੀ ਬਣਾਈ ਗਈ ਸੀ। ਅੱਜ ਇਸ ਤੇ ਸਥਿਤੀ ਸਪਸ਼ਟ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਦਿੱਲੀ ਦੀਆਂ ਸਰਹੱਦਾਂ ਤੇ ਕੜਕਦੀ ਠੰਡ ਦੇ ਬਾਵਜੂਦ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇੱਕ ਦਿਨ ਪਹਿਲਾਂ ਕੁੰਡਲੀ ਸਰਹੱਦ ਤੇ ਸੰਤ ਰਾਮ ਸਿੰਘ ਜੀ ਦੀ ਖੁਦਕੁਸ਼ੀ ਤੋਂ ਬਾਅਦ ਰਾਜਨੀਤਿਕ ਪਾਰਾ ਵੀ ਕਾਫੀ ਵੱਧ ਗਿਆ ਹੈ। ਆਪਣੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਨੂੰ ਜਿੱਥੇ ਰਹਿਣ ਲਈ ਤੇ ਖਾਣ ਲਈ ਕਾਫੀ ਚੀਜ਼ਾਂ ਮਿਲ ਰਹੀਆਂ ਨੇ, ਉੱਥੇ ਹੀ ਇੰਨੀ ਠੰਡ ਵਿੱਚ ਖੁੱਲੇ ਆਸਮਾਨ ਵਿੱਚ ਬੈਠੇ ਕਿਸਾਨ ਮਜ਼ਦੂਰਾਂ ਦੀਆਂ ਦਿੱਕਤਾਂ ਵੀ ਬਹੁਤ ਸਾਹਮਣੇ ਆ ਰਹੀਆਂ ਨੇ। ਲੋਕਾਂ ਨੂੰ ਰਾਸ਼ਨ ਤੇ ਹੋਰ ਜ਼ਰੂਰੀ ਵਸਤਾਂ ਪਹੁੰਚਾਉਣ ਤੋਂ ਇਲਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਡਾਕਟਰ SP ਓਬਰਾਏ ਨੇ ਕਿਸਾਨਾਂ ਦੇ ਲਈ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਹੈ। ਮਾਹਿਰ ਡਾਕਟਰਾਂ ਦੀ ਟੀਮ ਪੂਰੀ ਬੈਠੀ ਹੈ ਜੋ ਲੋਕਾਂ ਦੀ ਜਾਂਚ ਕਰ ਰਹੀ ਹੈ, ਉਹਨਾਂ ਦਾ ਇਲਾਜ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਸਰਬੱਤ ਦਾ ਭਲਾ ਟਰਸਟ ਦੇ ਮੁਖੀ ਡਾਕਟਰ SP ਓਬਰਾਏ ਸ਼ੁਰੂ ਤੋਂ ਹੀ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਸਾਥ ਦੇ ਰਹੇ ਨੇ, ਜਿਸ ਵਿੱਚ ਉਹ ਸਮੇਂ ਦੀ ਲੋੜ ਦੇ ਮੁਤਾਬਕ ਕਿਸਾਨਾਂ ਨੂੰ ਹਰ ਚੀਜ਼ ਮੁਹੱਈਆ ਕਰਵਾ ਰਹੇ ਨੇ। ਕੋਵਿਡ-19 ਵੈਕਸੀਨ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦਾ ਮਜ਼ਾਕ ਉਡਾਉਣ ਵਾਲੇ ਮੀਡੀਆ ਦੀ ਵਾਈਟ ਹਾਊਸ ਨੇ ਵੀ ਆਲੋਚਨਾ ਕੀਤੀ ਹੈ। ਉਹਨਾਂ ਕਿਹਾ ਕਿ ਥੋੜੇ ਸਮੇਂ ਵਿੱਚ ਵੈਕਸੀਨ ਨੂੰ ਵਿਕਸਿਤ ਅਤੇ ਵੰਡਣਾ ਇੱਕ ਚਮਤਕਾਰ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਲੀ ਮੈਕਨੇਨੀ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, ਕੱਲ੍ਹ ਅਮਰੀਕਾ ਨੇ ਮੈਡੀਕਲ ਚਮਤਕਾਰ ਵੇਖਿਆ। ਦੇਸ਼ ਭਰ ਵਿੱਚ ਕੋਵਿਡ-19 ਨਾਲ ਨਜਿੱਠਣ ਲਈ ਪੇਸ਼ਗੀ ਮੋਰਚੇ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ। ਰਾਸ਼ਟਰਪਤੀ ਟਰੰਪ ਨੇ ਰਿਕਾਰਡ ਸਮੇਂ ਵਿੱਚ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਵੈਕਸੀਨ ਦੇਣ ਦਾ ਵਾਅਦਾ ਕੀਤਾ ਸੀ ਤੇ ਉਹਨਾਂ ਨੇ ਅਜਿਹਾ ਕਰ ਦਿਖਾਇਆ। ਅਮਰੀਕੀ ਦਵਾਈ ਨਿਰਮਾਤਾ ਕੰਪਨੀ ਫਾਈਜ਼ਰ ਨੇ ਐਤਵਾਰ ਨੂੰ ਮਿਸ਼ੀਗਨ ਦੇ ਗੋਦਾਮ ਤੋਂ ਕੋਰੋਨਾ ਵਾਇਰਸ ਵੈਕਸੀਨ ਦੀ ਪਹਿਲੀ ਖੇਪ ਭੇਜ ਦਿੱਤੀ ਹੈ। ਇਸ ਦੇ ਨਾਲ ਹੀ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋ ਗਈ। ਦਰਅਸਲ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੀ ਲਾਗ ਕਾਰਨ 3 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੇਸ਼ ਭਰ ਵਿੱਚ 1 ਕਰੋੜ 60 ਲੱਖ ਲੋਕ ਸੰਕਰਮਿਤ ਹਨ। ਮਿਸ਼ੀਗਨ ਮੈਡੀਕਲ ਕੇਅਰ ਸੈਂਟਰ ਵਿੱਚ ਨਰਸ ਦਾ ਕੰਮ ਕਰਨ ਵਾਲੇ 43 ਸਾਲਾ ਜੌਨੀ ਪੀਪਲਸ ਵੈਕਸੀਨ ਦੀ ਖੁਰਾਕ ਲੈਣ ਵਾਲੇ ਪਹਿਲੇ ਵਿਅਕਤੀ ਬਣੇ। ਕੈਲੀ ਮੈਕਨੇਨੀ ਨੇ ਕਿਹਾ ਕਿ ਟਰੰਪ ਵੈਕਸੀਨ ਦੇ ਵਿਕਸਿਤ ਕੀਤੇ ਜਾਣ ਦੀ ਨਿਗਰਾਨੀ ਕੀਤੀ। ਉਹਨਾਂ ਟਰੰਪ ਦੀ ਇੱਛਾ ਦੱਸਦਿਆਂ ਕਿਹਾ ਕਿ ਰਾਸ਼ਟਰਪਤੀ ਸਾਰੇ ਅਮਰੀਕੀਆਂ ਲਈ ਵੈਕਸੀਨ ਦੀ ਖੁਰਾਕ ਮਿਲਣ ਦੀ ਉਮੀਦ ਕਰਦੇ ਹਨ। ਇਸ ਤੋਂ ਇਲਾਵਾ ਮੈਕਨੇਨੀ ਨੇ ਮੀਡੀਆ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ਇਸ ਸਾਲ ਦੀ ਸ਼ੁਰੂਆਤ ਵਿੱਚ ਅਸੀਂ ਕਈ ਨਿਊਜ਼ ਏਜੰਸੀਆਂ ਤੇ ਤੱਥਾਂ ਦੇ ਅਖੌਤੀ ਜਾਂਚਕਰਤਾਵਾਂ ਤੋਂ ਸੁਣਿਆ ਸੀ ਕਿ ਰਾਸ਼ਟਰਪਤੀ ਟਰੰਪ ਨੂੰ ਆਪਣੀ ਗੱਲ ਸਾਬਤ ਕਰਨ ਲਈ ਕਿਸੇ ਚਮਤਕਾਰ ਦੀ ਜ਼ਰੂਰਤ ਹੋਵੇਗੀ। ਉਹਨਾਂ ਕਿਹਾ ਕਿ ਸਾਨੂੰ ਦੱਸਿਆ ਗਿਆ ਹੈ ਕਿ ਇਹ ਟੀਕਾ ਵਿਕਸਿਤ ਹੋਣ ਵਿੱਚ 1 ਸਾਲ ਤੋਂ ਵੱਧ ਦਾ ਸਮਾਂ ਲੱਗੇਗਾ। ਰਾਸ਼ਟਰਪਤੀ ਡੋਨਾਲਡ ਟਰੰਪ 3 ਨਵੰਬਰ ਨੂੰ ਹੋਈਆਂ ਚੋਣਾਂ ਨਾਲ ਸੰਬੰਧਿਤ ਕਾਨੂੰਨੀ ਲੜਾਈ ਜਾਰੀ ਰੱਖਣਗੇ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕਾਇਲੀ ਮੈਕਨੇਨੀ ਦਾ ਇਹ ਬਿਆਨ ਇਲੈਕਟੋਰਲ ਕਾਲਜ ਵੱਲੋਂ ਜੋ ਬਾਈਡਨ ਦੀ ਜਿੱਤ ਤੇ ਮੋਹਰ ਲਾਉਣ ਤੋਂ ਬਾਅਦ 1 ਦਿਨ ਬਾਅਦ ਆਇਆ ਹੈ। ਬਾਈਡਨ 20 ਜਨਵਰੀ ਨੂੰ ਸਹੁੰ ਚੁੱਕਣ ਵਾਲੇ ਹਨ। ਮੈਕਨੇਨੀ ਨੇ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ, ਰਾਸ਼ਟਰਪਤੀ ਕਾਨੂੰਨੀ ਲੜਾਈ ਜਾਰੀ ਰੱਖਣਗੇ। ਕੱਲ ਜੋ ਕੁਝ ਹੋਇਆ ਉਹ ਸੰਵਿਧਾਨਕ ਪ੍ਰਕਿਰਿਆ ਦੀ ਦਿਸ਼ਾ 'ਚ ਉਠਾਇਆ ਗਿਆ ਇੱਕ ਕਦਮ ਸੀ। ਦਰਅਸਲ ਮੈਕਨੇਨੀ ਉਸ ਸਵਾਲ ਦਾ ਜਵਾਬ ਦੇ ਰਹੀ ਸੀ ਜਿਸ 'ਚ ਉਹਨਾਂ ਤੋਂ ਪੁੱਛਿਆ ਗਿਆ ਸੀ ਕਿ ਇਲੈਕਟੋਰਲ ਕਾਲਜ ਵੱਲੋਂ ਜਿੱਤ ਤੇ ਮੋਹਰ ਲਾਈ ਜਾਣ ਤੋਂ ਬਾਅਦ ਟਰੰਪ ਵੱਲੋਂ ਉਹਨਾਂ ਨੂੰ ਵਾਈਟ ਹਾਊਸ 'ਚ ਸੱਦਣ ਦੀ ਕੋਈ ਯੋਜਨਾ ਨਹੀਂ ਹੈ। ਮੈਕਨੇਨੀ ਨੇ ਚੋਣਾਂ ਖਿਲਾਫ ਟਰੰਪ ਵੱਲੋਂ ਦਾਇਰ ਮੁਕੱਦਮਿਆਂ ਦਾ ਬਚਾਅ ਕਰਦਿਆਂ ਕਿਹਾ, ਮੈਨੂੰ ਨਹੀਂ ਲੱਗਦਾ ਹੈ ਕਿ ਨਿਆਇਕ ਪ੍ਰਣਾਲੀ ਦੀ ਵਰਤੋਂ ਕਰਨਾ ਕਿਸੇ ਤਰ੍ਹਾਂ ਨਾਲ ਲੋਕਤੰਤਰ ਤੇ ਹਮਲਾ ਹੈ। ਨਿਊਯਾਰਕ ਦੇ ਇੱਕ ਜੱਜ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੰਪਨੀ ਨੂੰ ਇੱਕ ਉਪਨਗਰੀ ਜਾਇਦਾਦ ਨਾਲ ਜੁੜੇ ਦਸਤਾਵੇਜ਼ ਜਾਂਚਕਰਤਾਵਾਂ ਨੂੰ ਸੌਂਪਣ ਦਾ ਆਦੇਸ਼ ਦਿੱਤਾ। ਕੋਰਟ ਨੇ ਟਰੰਪ ਆਰਗੇਨਾਈਜੇਸ਼ਨ ਦੀ ਉਸ ਦਲੀਲ ਨੂੰ ਠੁਕਰਾ ਦਿੱਤਾ ਜਿਸ 'ਚ ਉਸਨੇ ਕਿਹਾ ਸੀ ਇੰਜੀਨੀਅਰ ਤੇ ਉਹਨਾਂ ਵਿਚਾਲੇ ਹੋਈ ਗੱਲਬਾਤ ਕੰਪਨੀ ਦਾ ਵਿਸ਼ੇਸ਼ ਅਧਿਕਾਰ ਹੈ ਤੇ ਇਸ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ। ਕੋਰਟ 'ਚ ਟਰੰਪ ਪਰਿਵਾਰ ਦੇ ਕਾਰੋਬਾਰ ਦੇ ਤਰੀਕਿਆਂ ਨੂੰ ਲੈ ਕੇ ਜਾਂਚ ਚੱਲ ਰਹੀ ਹੈ। ਉਧਰ ਬਾਈਡਨ ਦੇ ਪੁੱਤਰ ਹੰਟਰ ਬਾਈਡਨ ਨਾਲ ਜੁੜੇ ਸੰਘੀ ਟੈਕਸ ਮਾਮਲੇ ਦੀ ਜਾਂਚ 'ਚ ਟਰੰਪ ਇੱਕ ਵਿਸ਼ੇਸ਼ ਵਕੀਲ ਨਿਯੁਕਤ ਕਰਨ ਤੇ ਵਿਚਾਰ ਕਰ ਰਹੇ ਹਨ।
ਪਾਕਿਸਤਾਨ 'ਚ ਸਿਆਸੀ ਗੜਬੜੀ ਦੇ ਮਾਹੌਲ 'ਚ ਇਮਰਾਨ ਸਰਕਾਰ ਉੱਚ ਸਦਨ 'ਚ ਆਪਣੀ ਤਾਕਤ ਵਧਾਉਣਾ ਚਾਹੁੰਦੀ ਹੈ। ਇਸ ਲਈ ਮਾਰਚ 2021 'ਚ ਹੋਣ ਵਾਲੀਆਂ ਉੱਚ ਸਦਨ ਦੀਆਂ ਚੋਣਾਂ 1 ਮਹੀਨਾ ਪਹਿਲਾਂ ਫਰਵਰੀ 'ਚ ਹੀ ਕਰਵਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਕੇਂਦਰ ਸਰਕਾਰ ਨੇ ਕੈਬਨਿਟ ਦੀ ਇੱਕ ਬੈਠਕ 'ਚ ਮੰਗਲਵਾਰ ਨੂੰ ਲਿਆ। ਬੈਠਕ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੀਤੀ। 104 ਮੈਂਬਰੀ ਸੈਨੇਟ 'ਚ ਸੰਸਦ ਮੈਂਬਰਾਂ ਦੇ ਰਿਟਾਇਰ ਹੋਣ ਨਾਲ 52 ਸੀਟਾਂ 11 ਮਾਰਚ ਨੂੰ ਖਾਲੀ ਹੋਣ ਵਾਲੀਆਂ ਹਨ। ਹਾਲੇ ਤੱਕ ਸੈਨੇਟ 'ਚ ਫੈਸਲਾਕੁਨ ਤਾਕਤ ਵਜੋਂ ਵਿਰੋਧੀ ਗੱਠਜੋੜ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ ਬਣਿਆ ਹੋਇਆ ਹੈ। ਯਾਦ ਰਹੇ ਕਿ ਪਾਕਿਸਤਾਨ 'ਚ ਵਿਰੋਧੀ ਗੱਠਜੋੜ PDM ਨੇ ਸਰਕਾਰ ਖਿਲਾਫ ਚੱਲ ਰਹੇ ਅੰਦੋਲਨ 'ਚ ਸੰਸਦ ਤੋਂ ਸਮੂਹਿਕ ਅਸਤੀਫਾ ਦੇਣ ਦਾ ਫੈਸਲਾ ਕੀਤਾ। ਇਮਰਾਨ ਸਰਕਾਰ ਨੇ ਇਸ ਤੋਂ ਬਾਅਦ ਹੀ ਆਪਣੀ ਰਣਨੀਤੀ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਆਮ ਤੌਰ ਤੇ ਗੁਪਤ ਪ੍ਰਕਿਰਿਆ ਨਾਲ ਸੈਨੇਟ ਦੀ ਚੋਣ ਹੁੰਦੀ ਹੈ। ਇਸ ਵਾਰੀ ਇਮਰਾਨ ਚਾਹੁੰਦੇ ਹਨ ਕਿ ਚੋਣਾਂ ਖੁੱਲ੍ਹੇ ਤੌਰ ਤੇ ਹੱਥ ਚੁੱਕ ਕੇ ਹੋਣ। ਅਮਰੀਕੀ ਸੰਸਦ ਨੇ $740 ਅਰਬ ਦਾ ਰੱਖਿਆ ਨੀਤੀ ਬਿੱਲ ਰਸਮੀ ਤੌਰ ਤੇ ਪਾਸ ਕਰ ਦਿੱਤਾ ਹੈ। ਇਸ 'ਚ ਹੋਰ ਚੀਜ਼ਾਂ ਤੋਂ ਇਲਾਵਾ ਅਸਲ ਕੰਟਰੋਲ ਰੇਖਾ ਤੇ ਭਾਰਤ ਖਿਲਾਫ ਚੀਨੀ ਹਮਲਾਵਰ ਰੁਖ ਦਾ ਵਿਰੋਧ ਕੀਤਾ ਗਿਆ ਹੈ। ਭਾਰਤ ਤੇ ਚੀਨ ਵਿਚਾਲੇ ਇਸ ਸਾਲ ਮਈ ਤੋਂ ਪੂਰਬੀ ਲਦਾਖ 'ਚ ਅਸਲ ਕੰਟਰੋਲ ਰੇਖਾ ਨੇੜੇ ਫੌਜੀ ਰੇੜਕਾ ਬਣਿਆ ਹੋਇਆ ਹੈ। ਦੋਵੇਂ ਦੇਸ਼ਾਂ ਵਿਚਾਲੇ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਵੀ ਰੇੜਕਾ ਹੱਲ ਕਰਨ ਲਈ ਕੋਈ ਖਾਸ ਪ੍ਰਗਤੀ ਨਹੀਂ ਹੋਈ। ਅਮਰੀਕੀ ਪ੍ਰਤੀਨਿਧ ਸਭਾ ਦੇ ਸੈਨੇਟ ਨੇ ਮੰਗਲਵਾਰ ਨੂੰ ਰਾਸ਼ਟਰੀ ਰੱਖਿਆ ਅਧਿਕਾਰ ਕਾਨੂੰਨ ਪਾਸ ਕਰ ਦਿੱਤਾ। ਇਸ ਵਿੱਚ ਨਾ ਸਿਰਫ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨ ਮੂਰਤੀ ਦੀ ਤਜਵੀਜ਼ ਦੀ ਭਾਸ਼ਾ ਦੇ ਅਹਿਮ ਨੁਕਤਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਬਲਕਿ ਚੀਨ ਸਰਕਾਰ ਨੂੰ LAC ਨੇੜੇ ਭਾਰਤ ਖਿਲਾਫ ਫੌਜੀ ਹਮਲਾਵਰ ਰੁਖ ਨੂੰ ਖਤਮ ਕਰਨ ਦੀ ਅਪੀਲ ਕੀਤੀ ਗਈ ਹੈ। 2 ਪਾਰਟੀ ਆਧਾਰਿਤ ਸੰਸਦੀ ਕਮੇਟੀ ਨੇ ਬਿੱਲ ਦੇ ਪ੍ਰਤੀਨਿਧ ਸਭਾ ਦੇ ਸੈਨੇਟ ਦੇ ਐਡੀਸ਼ਨਾਂ ਨੂੰ ਇਸ ਮਹੀਨੇ ਦੇ ਸ਼ੁਰੂ 'ਚ ਰਲਾ ਕੇ ਅੰਤਮ ਬਿੱਲ ਤਿਆਰ ਕੀਤਾ ਸੀ। ਚੀਨ ਦੇ ਹਮਲਾਵਰ ਰੁਖ ਵਿਰੋਧੀ ਮੱਧ ਨੂੰ ਸ਼ਾਮਲ ਕੀਤਾ ਜਾਣਾ ਹਿੰਦ ਪ੍ਰਸ਼ਾਂਤ ਖੇਤਰ ਤੇ ਹੋਰ ਇਲਾਕਿਆਂ 'ਚ ਭਾਰਤ ਵਰਗੇ ਸਹਿਯੋਗੀਆਂ ਲਈ ਅਮਰੀਕਾ ਦੇ ਮਜ਼ਬੂਤ ਹਮਾਇਤ ਨੂੰ ਦਰਸਾਉਂਦਾ ਹੈ। ਕ੍ਰਿਸ਼ਨ ਮੂਰਤੀ ਦੀ ਤਜਵੀਜ਼ ਨੂੰ ਦੋਵੇਂ ਸਦਨਾਂ 'ਚ 2 ਪਾਰਟੀਆਂ ਦੀ ਹਮਾਇਤ ਨਾਲ ਪਾਸ ਕੀਤਾ ਗਿਆ ਹੈ। ਜੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਤੇ ਦਸਤਖਤ ਕਰ ਦਿੰਦੇ ਹਨ ਤਾਂ ਇਹ ਕਾਨੂੰਨ ਬਣ ਜਾਵੇਗਾ। ਟਰੰਪ ਨੇ ਇਸ ਬਿੱਲ ਖਿਲਾਫ ਵੀਟੋ ਦੀ ਵਰਤੋਂ ਦੀ ਧਮਕੀ ਦਿੱਤੀ ਹੈ ਕਿਉਂਕਿ ਇਸ ਇੰਟਰਨੈਟ ਮੀਡੀਆ ਕੰਪਨੀਆਂ ਲਈ ਕਾਨੂੰਨੀ ਸੁਰੱਖਿਆ ਰੱਦ ਕਰਨ ਦੀ ਗੱਲ ਨਹੀਂ ਕੀਤੀ ਗਈ। ਕ੍ਰਿਸ਼ਨ ਮੂਰਤੀ ਨੇ ਕਿਹਾ, ਹਿੰਸਕ ਹਮਲਾਵਰ ਰੁਖ ਕਿਸੇ ਚੀਜ਼ ਦਾ ਜਵਾਬ ਨਹੀਂ ਹੁੰਦਾ ਤੇ ਇਹ ਗੱਲ ਖਾਸ ਤੌਰ ਤੇ ਅਸਲ ਕੰਟਰੋਲ ਰੇਖਾ ਦੇ ਮਾਮਲੇ 'ਚ ਸਹੀ ਹੈ, ਜਿਹੜਾ ਭਾਰਤ ਤੋਂ ਚੀਨ ਨੂੰ ਵੱਖ ਕਰਨ ਵਾਲਾ ਵਿਵਾਦਤ ਸਰਹੱਦੀ ਖੇਤਰ ਹੈ। ਉਹਨਾਂ ਕਿਹਾ ਕਿ NDA 'ਚ ਮੇਰੀ ਤਜਵੀਜ਼ ਦੀ ਭਾਸ਼ਾ ਸ਼ਾਮਲ ਕਰਕੇ ਤੇ ਇਸ ਬਿੱਲ ਨੂੰ ਦਸਤਖਤ ਤੋਂ ਬਾਅਦ ਕਾਨੂੰਨ 'ਚ ਬਦਲ ਕੇ ਅਮਰੀਕਾ ਸਰਕਾਰ ਇਹ ਸਪਸ਼ਟ ਸੰਦੇਸ਼ ਦੇਵੇਗੀ ਕਿ ਭਾਰਤ ਖਿਲਾਫ ਚੀਨ 'ਚ ਹਮਲਾਵਰ ਰੁਖ ਸਵੀਕਾਰ ਨਹੀਂ ਕੀਤਾ ਜਾਵੇਗਾ। ਦੁਨੀਆ ਦੀ ਲਗਭਗ 1/4 ਆਬਾਦੀ ਨੂੰ 2022 ਤੱਕ ਕੋਵਿਡ-19 ਦਾ ਟੀਕਾ ਨਹੀਂ ਮਿਲ ਸਕੇਗਾ। DBM ਦੇ ਰਸਾਲੇ ਵਿੱਚ ਬੁੱਧਵਾਰ ਨੂੰ ਪ੍ਰਕਾਸ਼ਿਤ ਅਧਿਐਨ 'ਚ ਇਹ ਦੱਸਿਆ ਗਿਆ ਹੈ ਅਤੇ ਸੁਚੇਤ ਕੀਤਾ ਗਿਆ ਕਿ ਟੀਕਾ ਵੰਡਣ ਉਸ ਨੂੰ ਵਿਕਸਿਤ ਕਰਨ ਜਿੰਨਾ ਚੁਣੌਤੀਪੂਰਨ ਹੋਵੇਗਾ। ਇਸ ਰਸਾਲੇ 'ਚ ਪ੍ਰਕਾਸ਼ਿਤ ਇੱਕ ਅਧਿਐਨ ਦਾ ਅਨੁਮਾਨ ਪ੍ਰਗਟਾਇਆ ਗਿਆ ਹੈ ਕਿ ਦੁਨੀਆ ਭਰ 'ਚ 3.7 ਅਰਬ ਬਾਲਗ ਕੋਵਿਡ-19 ਟੀਕਾ ਲਗਵਾਉਣਾ ਚਾਹੁੰਦੇ ਹਨ। ਇਹ ਅਧਿਐਨ ਦਰਸਾਉਂਦਾ ਹੈ ਕਿ ਸੰਸਾਰਕ ਕੋਵਿਡ-19 ਟੀਕਾਕਰਨ ਪ੍ਰੋਗਰਾਮ ਦੀ ਸੰਚਾਲਨਾਤਮਕ ਚੁਣੌਤੀਆਂ ਟੀਕਾ ਵਿਕਸਿਤ ਕਰਨ ਨਾਲ ਜੁੜੀਆਂ ਵਿਗਿਆਨਕ ਚੁਣੌਤੀਆਂ ਜਿੰਨਾ ਹੀ ਮੁਸ਼ਕਿਲ ਹੋਵੇਗਾ। ਅਮਰੀਕਾ 'ਚ ਜੋਹਨ ਹੋਪਕਿੰਸ ਬਲੂਮਬਰਗ ਸਕੂਲ ਆਫ ਪਬਲਿਕ ਹੈਲਥ ਦੇ ਖੋਜਕਾਰਾਂ ਨੇ ਕਿਹਾ ਹੈ ਕਿ ਇਹ ਅਧਿਐਨ ਦੱਸਦਾ ਹੈ ਕਿ ਜ਼ਿਆਦਾ ਆਮਦਨ ਵਾਲੇ ਦੇਸ਼ ਨੇ ਕਿਸ ਤਰ੍ਹਾਂ ਕੋਵਿਡ-19 ਟੀਕਿਆਂ ਦੀ ਭਵਿੱਖ 'ਚ ਸਪਲਾਈ ਯਕੀਨੀ ਬਣਾ ਲਈ ਹੈ, ਪਰ ਬਾਕੀ ਦੁਨੀਆ 'ਚ ਇਹਨਾਂ ਦੀ ਪਹੁੰਚ ਬੇਯਕੀਨੀ ਹੈ। ਉਹਨਾਂ ਨੇ ਕਿਹਾ ਕਿ ਟੀਕਿਆਂ ਦੀਆਂ ਅੱਧੀਆਂ ਤੋਂ ਜ਼ਿਆਦਾ ਖੁਰਾਕਾਂ ਜ਼ਿਆਦਾ ਆਮਦਨ ਵਾਲੇ ਦੇਸ਼ਾਂ ਨੂੰ ਮਿਲਣਗੀਆਂ ਜੋ ਦੁਨੀਆ ਦੀ ਆਬਾਦੀ ਦਾ 14% ਹੈ ਅਤੇ ਬਾਕੀ ਬਚੀ ਖੁਰਾਕ ਘੱਟ ਅਤੇ ਠੀਕ-ਠਾਕ ਆਮਦਨ ਵਾਲੇ ਦੇਸ਼ਾਂ ਨੂੰ ਮਿਲੇਗੀ, ਜਦਕਿ ਦੁਨੀਆ ਦੀ ਆਬਾਦੀ ਦਾ 85% ਤੋਂ ਜ਼ਿਆਦਾ ਹੈ। ਖੋਜਕਾਰਾਂ ਨੇ ਕਿਹਾ ਕਿ ਦੁਨੀਆ ਦੀ ਲਗਭਗ 1/4 ਆਬਾਦੀ ਨੂੰ 2022 ਤੱਕ ਕੋਵਿਡ-19 ਦਾ ਟੀਕਾ ਨਹੀਂ ਮਿਲ ਸਕੇਗਾ ਅਤੇ ਜੇਕਰ ਸਾਰੇ ਟੀਕਾ ਨਿਰਮਾਤਾ ਜ਼ਿਆਦਾ ਨਿਰਮਾਣ ਸਮਰੱਥਾ ਤੱਕ ਪਹੁੰਚਣ 'ਚ ਸਫਲ ਹੋ ਜਾਣ ਤਾਂ ਵੀ 2022 ਤੱਕ ਦੁਨੀਆ ਦੇ ਘੱਟ ਤੋਂ ਘੱਟ 5ਵੇਂ ਹਿੱਸੇ ਤੱਕ ਟੀਕਾ ਨਹੀਂ ਪਹੁੰਚ ਸਕੇਗਾ। ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਵੀਰਵਾਰ ਨੂੰ ਕਿਹਾ ਕਿ ਨਿਊਜ਼ੀਲੈਂਡ ਸਰਕਾਰ ਫਾਰਮਾਸਿਊਟੀਕਲ ਕੰਪਨੀਆਂ ਐਸਟਰਾਜ਼ੇਨਕਾ ਅਤੇ ਨੋਵਾਵੈਕਸ ਤੋਂ ਕੋਵਿਡ-19 ਟੀਕਾ ਖਰੀਦੇਗੀ, ਜਿਸ ਦਾ ਮਤਲਬ ਹੈ ਕਿ ਹਰ ਨਿਊਜ਼ੀਲੈਂਡ ਵਸਨੀਕ ਨੂੰ ਟੀਕਾ ਲਗਾਇਆ ਜਾ ਸਕੇਗਾ। ਨਵੇਂ ਸਮਝੌਤੇ ਐਸਟਰਾਜ਼ੇਨਕਾ ਤੋਂ 7.6 ਮਿਲੀਅਨ ਖੁਰਾਕਾਂ ਦੀ ਪਹੁੰਚ ਨੂੰ ਸੁਰੱਖਿਅਤ ਕਰਦੇ ਹਨ, ਜੋ ਕਿ 3.8 ਮਿਲੀਅਨ ਲੋਕਾਂ ਲਈ ਲੋੜੀਂਦੇ ਹੋਣਗੇ ਅਤੇ ਨੋਵਾਵੈਕਸ ਤੋਂ 10.72 ਮਿਲੀਅਨ ਖੁਰਾਕਾਂ ਲਈਆਂ ਜਾਣਗੀਆਂ, ਜੋ ਕਿ 5.36 ਮਿਲੀਅਨ ਲੋਕਾਂ ਲਈ ਕਾਫੀ ਹਨ। ਇੱਕ ਸਰਕਾਰੀ ਬਿਆਨ ਮੁਤਾਬਕ ਦੋਵੇਂ
ਟੀਕੇ ਲਗਵਾਉਣ ਲਈ 2 ਖੁਰਾਕਾਂ ਦੀ ਲੋੜ ਹੁੰਦੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਹੁਣ ਤੱਕ ਸੁਰੱਖਿਅਤ ਕੀਤੇ ਗਏ 4 ਪੂਰਵ ਖਰੀਦੀ ਸਮਝੌਤੇ ਫਾਈਜ਼ਰ ਬਾਇਓਨਟੈਕ ਤੋਂ 7,50,000 ਕੋਰਸ ਹਨ, ਜਾਨਸ ਤੋਂ 5 ਮਿਲੀਅਨ ਕੋਰਸ, ਆਕਸਫੋਰਡ ਯੂਨੀਵਰਸਿਟੀ ਤੋਂ 3.8 ਮਿਲੀਅਨ ਕੋਰਸ ਅਤੇ ਨੋਵਾਵੈਕਸ ਤੋਂ 5.36 ਮਿਲੀਅਨ ਕੋਰਸ ਹਨ। ਇੱਥੇ ਟੀਕਾ ਟੈਕਨੋਲੋਜੀ ਦੀਆਂ ਕਈ ਕਿਸਮਾਂ ਦੇ ਹਨ ਜਿਨ੍ਹਾਂ ਦੀ ਵਰਤੋਂ ਕੋਵਿਡ-19 ਟੀਕੇ ਵਿਕਸਿਤ ਕਰਨ ਲਈ ਕੀਤੀ ਗਈ ਹੈ। ਅਡਰਨ ਨੇ ਕਿਹਾ, ਸਾਡੀ ਰਣਨੀਤੀ ਵੱਖ-ਵੱਖ ਕਿਸਮਾਂ ਦੀ ਟੈਕਨੋਲੋਜੀ ਨੂੰ ਖਰੀਦਣ ਦੀ ਰਹੀ ਹੈ, ਇਹ ਯਕੀਨੀ ਕਰਨ ਲਈ ਕਿ ਜੇਕਰ ਕੁਝ ਟੀਕੇ ਟ੍ਰਾਇਲ ਵਿੱਚ ਅਸਫਲ ਰਹਿੰਦੇ ਹਨ ਤਾਂ ਸਾਡੇ ਕੋਲ ਹੋਰ ਵਿਕਲਪ ਉਪਲਬਧ ਹੋਣਗੇ। ਉਹਨਾਂ ਨੇ ਕਿਹਾ, ਹੁਣ ਸਾਡੇ 4 ਪ੍ਰਦਾਤਾਵਾਂ ਨਾਲ ਸਮਝੌਤੇ ਹੋਏ ਹਨ ਜਿਨ੍ਹਾਂ ਵਿੱਚ 3 ਵੱਖ-ਵੱਖ ਕਿਸਮ ਦੀਆਂ ਟੀਕਾ ਟੈਕਨੋਲੋਜੀ ਨੂੰ ਕਵਰ ਕੀਤਾ ਗਿਆ ਹੈ। ਅਸੀਂ ਆਪਣੀ ਪੂਰੀ ਆਬਾਦੀ ਅਤੇ ਪ੍ਰਸ਼ਾਂਤ ਨੂੰ ਕਵਰ ਲਈ ਕਾਫੀ ਖੁਰਾਕਾਂ ਪ੍ਰਾਪਤ ਕੀਤੀਆਂ ਹਨ। ਇਹ ਨਿਊਜ਼ੀਲੈਂਡ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਟੀਕਾਕਰਨ ਰੋਲ ਆਊਟ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, ਸਾਡੀ ਪਹਿਲੀ ਤਰਜੀਹ ਸਰਹੱਦੀ ਕਰਮਚਾਰੀਆਂ ਅਤੇ ਜ਼ਰੂਰੀ ਸਟਾਫ ਨੂੰ ਟੀਕਾਕਰਨ ਦੀ ਹੋਵੇਗੀ ਜਿਨ੍ਹਾਂ ਨੂੰ ਕੋਵਿਡ-19 ਹੋਣ ਦਾ ਸਭ ਤੋਂ ਵੱਡਾ ਜੋਖਮ ਹੈ। ਅਸੀਂ ਉਮੀਦ ਕਰਦੇ ਹਾਂ ਕਿ 2021 ਦੀ ਦੂਜੀ ਤਿਮਾਹੀ ਵਿੱਚ ਸਾਡੇ ਫਰੰਟ ਲਾਈਨ ਕਰਮਚਾਰੀਆਂ ਨੂੰ ਟੀਕੇ ਦਿੱਤੇ ਜਾਣਗੇ। ਸਾਲ ਦੇ ਦੂਜੇ ਅੱਧ ਵਿੱਚ ਆਮ ਲੋਕਾਂ ਦਾ ਟੀਕਾਕਰਨ ਸ਼ੁਰੂ ਹੋ ਜਾਵੇਗਾ। ਉਹਨਾਂ ਨੇ ਕਿਹਾ, ਅਸੀਂ ਜਿੰਨਾ ਹੋ ਸਕੇ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ, ਪਰ ਅਸੀਂ ਇਹ ਵੀ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਟੀਕਾ ਨਿਊਜ਼ੀਲੈਂਡ ਵਾਸੀਆਂ ਲਈ ਸੁਰੱਖਿਅਤ ਹੋਵੇ। ਖੋਜ, ਵਿਗਿਆਨ ਅਤੇ ਨਵੀਨਤਾ ਮੰਤਰੀ ਮੇਗਨ ਵੁਡਸ ਨੇ ਕਿਹਾ ਕਿ ਸਮਝੌਤੇ ਇਹ ਯਕੀਨੀ ਕਰ ਸਕਦੇ ਹਨ ਕਿ ਅਸੀਂ ਕਈ ਵਿਕਲਪਾਂ ਵਿੱਚ ਨਿਵੇਸ਼ ਕਰ ਰਹੇ ਹਾਂ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਭਾਰਤੀ ਵੰਸ਼ੀ ਸੀਨੀਅਰ ਅਧਿਕਾਰੀ ਸਿਧਾਰਥ ਚੈਟਰਜੀ ਨੂੰ ਚੀਨ 'ਚ ਸੰਯੁਕਤ ਰਾਸ਼ਟਰ ਰੈਜ਼ੀਡੈਂਟ ਕੋਆਰਡੀਨੇਟਰ ਦੇ ਤੌਰ ਤੇ ਨਿਯੁਕਤ ਕੀਤਾ ਹੈ। ਰੈਜ਼ੀਡੈਂਟ ਕੋਆਰਡੀਨੇਟਰਸ ਦੇਸ਼ ਪੱਧਰ ਤੇ ਵਿਕਾਸ ਲਈ UN ਸਕੱਤਰ ਜਨਰਲ ਦੇ ਨੁਮਾਇੰਦੇ ਹੁੰਦੇ ਹਨ। ਕੌਮਾਂਤਰੀ ਸਹਿਯੋਗ, ਲਗਾਤਾਰ ਵਿਕਾਸ, ਮਨੁੱਖੀ ਸਾਂਝੇਦਾਰੀ ਤੇ ਸ਼ਾਂਤੀ ਤੇ ਸੁਰੱਖਿਆ ਦਾ 25 ਵਰ੍ਹਿਆਂ ਦਾ ਤਜਰਬਾ ਹੈ ਜੋ ਉਹਨਾਂ ਨੇ ਸੰਯੁਕਤ ਰਾਸ਼ਟਰ 'ਚ ਹਾਸਲ ਕੀਤਾ। ਇਸ ਤੋਂ ਪਹਿਲਾਂ ਸਿਧਾਰਥ ਚੈਟਰਜੀ ਨੇ ਕੀਨੀਆ 'ਚ ਸੰਯੁਕਤ ਰਾਸ਼ਟਰ ਦੇ ਰੈਜ਼ੀਡੈਂਟ ਕੋਆਰਡੀਨੇਟਰ ਦੇ ਤੌਰ ਤੇ ਕੰਮ ਕੀਤਾ ਹੈ। ਕੋਵਿਡ-19 ਮਹਾਮਾਰੀ ਤੋਂ ਉਭਰਨ 'ਚ ਦੇਸ਼ਾਂ ਦੀ ਮਦਦ ਲਈ ਇਹ ਨੁਮਾਇੰਦੇ ਹੀ UN ਟੀਮਾਂ ਦਾ ਸਹਿਯੋਗ ਕਰਦੇ ਹਨ। UN ਇਹਨਾਂ ਦੇਸ਼ਾਂ ਦੀ ਮਦਦ ਆਪਣੇ ਲਗਾਤਾਰ ਵਿਕਾਸ ਟੀਚੇ ਤਹਿਤ ਕਰਦਾ ਹੈ। ਪੱਤਰਕਾਰਾਂ ਦੀ ਸੁਰੱਖਿਆ ਲਈ ਕੰਮ ਕਰਨ ਵਾਲੀ ਇੱਕ ਕੌਮਾਂਤਰੀ ਸੰਸਥਾ ਨੇ ਕਿਹਾ ਹੈ ਕਿ ਇਸ ਸਾਲ ਪੂਰੀ ਦੁਨੀਆ 'ਚ ਰਿਕਾਰਡ ਪੱਤਰਕਾਰਾਂ ਨੂੰ ਜੇਲ੍ਹ ਭੇਜਿਆ ਗਿਆ ਹੈ। ਪੱਤਰਕਾਰਾਂ ਨੂੰ ਸਜ਼ਾ ਦੇਣ ਮਾਮਲੇ 'ਚ ਚੀਨ ਸਭ ਤੋਂ ਅੱਗੇ ਹੈ। ਆਪਣੇ ਕੰਮ ਨੂੰ ਲੈ ਕੇ ਇਸ ਸਾਲ ਪੂਰੀ ਦੁਨੀਆ 'ਚ 274 ਪੱਤਰਕਾਰਾਂ ਨੂੰ ਸਲਾਖਾਂ ਪਿੱਛੇ ਭੇਜਿਆ ਗਿਆ। 29 ਪੱਤਰਕਾਰਾਂ ਦੀ ਹੱਤਿਆ ਹੋਈ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਰੇਸ ਨੇ ਪੱਤਰਕਾਰਾਂ ਨੂੰ ਜੇਲ੍ਹ 'ਚੋਂ ਰਿਹਾ ਕਰਨ ਦੀ ਸਰਕਾਰ ਨੂੰ ਅਪੀਲ ਕੀਤੀ ਹੈ। ਅੰਤਰਰਾਸ਼ਟਰੀ ਵਾਚਡੌਗ ਸੰਸਥਾ ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ 2020 ਆਪਣੇ ਕੰਮ ਨੂੰ ਅੰਜਾਮ ਦੇਣ ਦੌਰਾਨ ਜੇਲ੍ਹ ਜਾਣ ਵਾਲੇ ਪੱਤਰਕਾਰਾਂ ਦੀ ਗਿਣਤੀ 'ਚ ਤੇਜ਼ੀ ਆਈ ਹੈ। 3 ਦਰਜਨ ਅਜਿਹੇ ਪੱਤਰਕਾਰ ਜੇਲ੍ਹ ਭੇਜੇ ਗਏ ਜਿਨ੍ਹਾਂ ਤੇ ਫੇਕ ਨਿਊਜ਼ ਹੈ। 250 ਪੱਤਰਕਾਰ ਅਜਿਹੇ ਹਨ ਜਿਹੜੇ 5 ਸਾਲਾਂ ਤੋਂ ਜ਼ਿਆਦਾ ਜੇਲ੍ਹ 'ਚ ਬੰਦ ਹਨ। ਚੀਨ 'ਚ ਪੱਤਰਕਾਰ ਖਿਲਾਫ ਸਭ ਤੋਂ ਜ਼ਿਆਦਾ ਕਾਰਵਾਈ ਕੀਤੀ ਗਈ ਹੈ। ਉਸ ਤੋਂ ਬਾਅਦ ਤੁਰਕੀ ਤੇ ਮਿਸਰ ਹਨ। ਬੇਲਾਰੂਸ ਅਤੇ ਇਥੋਪੀਆ 'ਚ ਨਾਰਾਜ਼ਗੀ ਹੋਣ ਦੌਰਾਨ ਕਈ ਪੱਤਰਕਾਰਾਂ ਦੀ ਗ੍ਰਿਫਤਾਰੀ ਹੋਈ। ਕਾਨੂੰਨੀ ਲੜਾਈ ਜਾਰੀ ਰੱਖਣ ਟਰੰਪ ਪ੍ਰੈਸ ਸਕੱਤਰ ਨੇ ਕਿਹਾ, ਨਿਆਇਕ ਪ੍ਰਣਾਲੀ ਦਾ ਇਸਤੇਮਾਲ ਕਰਨਾ ਲੋਕਤੰਤਰ ਤੇ ਹਮਲਾ ਨਹੀਂ। ਪਿਛਲੇ 26 ਸਾਲ ਦੇ ਮੁਕਾਬਲੇ ਇਸ ਵਾਰ 29 ਪੱਤਰਕਾਰਾਂ ਦੀ ਹੱਤਿਆ ਕੀਤੀ ਗਈ। 2012 'ਚ ਸਭ ਤੋਂ ਜ਼ਿਆਦਾ 74 ਪੱਤਰਕਾਰ ਮਾਰੇ ਗਏ। ਅਮਰੀਕਾ 'ਚ ਇਸ ਸਾਲ ਕਿਸੇ ਵੀ ਪੱਤਰਕਾਰ ਦੀ ਹੱਤਿਆ ਨਹੀਂ ਹੋਈ ਪਰ 110 ਪੱਤਰਕਾਰ ਜੇਲ੍ਹ ਭੇਜੇ ਗਏ। ਸਿਆਹ ਫਾਰਮ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਹੋਏ ਅੰਦੋਲਨ 'ਚ 300 ਪੱਤਰਕਾਰ ਜ਼ਖਮੀ ਹੋਏ। ਚੀਨ ਵਿੱਚ ਇਸ ਸਾਲ 47 ਪੱਤਰਕਾਰ ਜੇਲ੍ਹ ਭੇਜੇ ਗਏ। ਇਨ੍ਹਾਂ 'ਚ 3 ਪੱਤਰਕਾਰ ਕੋਰੋਨਾ ਦੀ ਖਬਰ ਦੇਣ ਕਾਰਨ ਕੈਦ ਵਿੱਚ ਹਨ। ਵੱਡੇ ਕਾਰਪੋਰੇਟ ਘਰਾਣਿਆਂ ਵੱਲੋਂ ਸਮੁੱਚੇ ਵਿਸ਼ਵ 'ਚ ਹੋ ਰਹੇ ਨਿਵੇਸ਼ ਦੇ ਮੱਦੇਨਜ਼ਰ ਆਸਟ੍ਰੇਲੀਆਈ ਸੰਘੀ ਸਰਕਾਰ ਵੱਲੋਂ ਦੇਸ਼ ਦੇ ਭਵਿੱਖ ਫੰਡ ਵਿੱਚੋਂ ਅਡਾਨੀ ਗਰੁੱਪ ਦੀ ਵਿਵਾਦਤ ਕ੍ਰੋਮਿਕਲ ਕੋਲਾ ਖਾਣ ਤੋਂ ਗ੍ਰੇਟ ਬੈਰੀਅਰ ਰੀਫ ਦੀ ਇੱਕ ਬੰਦਰਗਾਹ ਤੱਕ ਰੇਲ ਲਿੰਕ ਵਾਸਤੇ $32 ਲੱਖ ਦਾ ਫੰਡ ਦਿੱਤਾ ਗਿਆ ਹੈ। ਇੰਟਰਨੈਸ਼ਨਲ ਜਸਟਿਸ ਵੱਲੋਂ ਜਾਣਕਾਰੀ ਦੀ ਆਜ਼ਾਦੀ ਦੇ ਕਾਨੂੰਨਾਂ ਤਹਿਤ ਦਿੱਤੇ ਗਏ ਦਸਤਾਵੇਜ਼ਾਂ 'ਚ ਦੱਸਿਆ ਗਿਆ ਹੈ ਕਿ ਕਰਦਾਤਾਵਾਂ ਦਾ ਇਹ $60.5 ਅਰਬ ਦਾ ਫੰਡ 2006 ਵਿੱਚ ਸਥਾਪਿਤ ਕੀਤਾ ਗਿਆ ਸੀ। ਉਧਰ ਸੰਯੁਕਤ ਰਾਸ਼ਟਰ ਨੇ ਇਸ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਕੋਈ ਵੀ ਕਾਰੋਬਾਰ ਮਿਆਂਮਾਰ ਦੇ ਸੁਰੱਖਿਆ ਬਲਾਂ ਨਾਲ ਕਿਸੇ ਵੀ ਤਰ੍ਹਾਂ ਦੇ ਵਪਾਰਕ ਸੰਬੰਧ ਵਿੱਚ ਨਹੀਂ ਰਹਿਣਾ ਚਾਹੀਦਾ। ਇਸ ਖੁਲਾਸੇ ਨੇ ਵਾਤਾਵਰਣ ਸ਼ਾਸਤਰੀਆਂ ਨੂੰ ਵੀ ਉਕਸਾਇਆ ਹੈ ਜਿਨ੍ਹਾਂ ਨੇ ਅਡਾਨੀ ਦੀ ਕੋਲਾ ਖਾਣ ਖਿਲਾਫ ਮੁਹਿੰਮ ਆਰੰਭੀ ਹੈ। ਮਾਰਕੀਟ ਫੋਰਸਿਸ ਦੇ ਪਾਬਲੋ ਬ੍ਰੇਟ ਨੇ ਕਿਹਾ ਹੈ ਕੋਲੇ ਦੀ ਇੱਕ ਨਵੀਂ ਥਰਮਲ ਖਾਣ ਦੀ ਉਸਾਰੀ ਵਾਤਾਵਰਣ ਅਤੇ ਮੌਸਮ ਲਈ ਗੰਭੀਰ ਸੰਕਟ ਬਣ ਸਕਦੀ ਹੈ। ਅਡਾਨੀ ਦੇ ਇੱਕ ਬੁਲਾਰੇ ਨੇ ਕਿਹਾ ਹੈ ਕਿ ਅਡਾਨੀ ਸਮੂਹ ਮਨੁੱਖੀ ਅਧਿਕਾਰ ਪਰਿਸ਼ਦ ਦੀ ਤੱਥ ਖੋਜ ਰਿਪੋਰਟ ਅਤੇ ਮਿਆਂਮਾਰ ਵਿੱਚ ਸਾਰੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਬਾਰੇ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਂਦਾ ਹੈ।
ਸੁਪਰੀਮ ਕੋਰਟ ਨੇ ਕੱਲ ਕਿਹਾ ਹੈ ਕਿ ਕਿਸਾਨ ਅੰਦੋਲਨ ਜਲਦੀ ਹੀ ਕੌਮੀ ਮੁੱਦਾ ਬਣ ਜਾਵੇਗਾ, ਜਿਸ ਕਰਕੇ ਇਸ ਮੁੱਦੇ ਦਾ ਗੱਲਬਾਤ ਜ਼ਰੀਏ ਛੇਤੀ ਹੱਲ ਕੱਢਣਾ ਬਣਦਾ ਹੈ। ਸਿਖਰਲੀ ਅਦਾਲਤ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਗੱਲਬਾਤ ਲਈ ਕੀਤੀਆਂ ਕੋਸ਼ਿਸ਼ਾਂ ਕੰਮ ਨਹੀਂ ਕਰ ਰਹੀਆਂ ਤੇ ਇਹ ਮੁੜ ਨਾਕਾਮ ਹੁੰਦੀਆਂ ਲੱਗ ਰਹੀਆਂ ਹਨ। ਸੁਪਰੀਮ ਕੋਰਟ ਨੇ ਸੁਝਾਅ ਦਿੱਤਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਬਣਿਆ ਜਮੂਦ ਤੋੜਨ ਲਈ ਕਮੇਟੀ ਗਠਿਤ ਕੀਤੀ ਜਾ ਸਕਦੀ ਹੈ, ਜਿਸ ਵਿੱਚ ਸਰਕਾਰ, ਕਿਸਾਨ ਜਥੇਬੰਦੀਆਂ ਤੇ ਹੋਰਨਾਂ ਭਾਈਵਾਲਾਂ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ। ਸਿਖਰਲੀ ਅਦਾਲਤ ਨੇ ਕੇਂਦਰ ਸਰਕਾਰ ਦੇ ਨਾਲ ਦਿੱਲੀ, ਪੰਜਾਬ ਤੇ ਹਰਿਆਣਾ ਦੀਆਂ ਸੂਬਾ ਸਰਕਾਰਾਂ ਨੂੰ ਨੋਟਿਸ ਜਾਰੀ ਕਰਦਿਆਂ ਸਰਦੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ ਭਲਕ ਤੱਕ ਜਵਾਬ ਦੇਣ ਲਈ ਕਿਹਾ। ਕੇਸ ਤੇ ਸੁਣਵਾਈ ਵੀਰਵਾਰ ਨੂੰ ਜਾਰੀ ਰਹੇਗੀ। ਚੀਫ ਜਸਟਿਸ ਐਸ.ਏ. ਬੋਬੜੇ ਦੀ ਅਗਵਾਈ ਵਾਲੇ ਬੈਂਚ ਨੇ ਦਿੱਲੀ ਦੀਆਂ ਸੜਕਾਂ ਤੇ ਧਰਨਾ ਲਾਈ ਬੈਠੇ ਕਿਸਾਨਾਂ ਨੂੰ ਉੱਥੋਂ ਹਟਾਉਣ ਲਈ ਦਾਇਰ ਪਟੀਸ਼ਨ ਤੇ ਵਰਚੁਅਲ ਸੁਣਵਾਈ ਦੌਰਾਨ ਕਿਹਾ ਕਿ ਇਹ ਕੌਮੀ ਮਹੱਤਤਾ ਦਾ ਵਿਸ਼ਾ ਹੈ ਤੇ ਅਜਿਹੇ ਮੁੱਦਿਆਂ ਨੂੰ ਗੱਲਬਾਤ ਜ਼ਰੀਏ ਹੱਲ ਕਰਨਾ ਬਣਦਾ ਹੈ। ਇਸ ਦੇ ਨਾਲ ਹੀ ਸਿਖਰਲੀ ਅਦਾਲਤ ਨੇ ਪਟੀਸ਼ਨਰਾਂ ਨੂੰ ਹਦਾਇਤ ਕੀਤੀ ਕਿ ਉਹ ਕਿਸਾਨ ਜਥੇਬੰਦੀਆਂ ਨੂੰ ਧਿਰ ਬਣਾਏ। ਬੈਂਚ ਵਿੱਚ ਸ਼ਾਮਲ ਜਸਟਿਸ ਨੇ ਕਿਹਾ, ਅਸੀਂ ਇਸ ਮੁੱਦੇ ਦੇ ਹੱਲ ਲਈ ਕਮੇਟੀ ਬਣਾਵਾਂਗੇ। ਇਸ ਵਿੱਚ ਭਾਰਤੀ ਕਿਸਾਨ ਯੂਨੀਅਨ, ਭਾਰਤ ਸਰਕਾਰ ਤੇ ਹੋਰ ਕਿਸਾਨ ਜਥੇਬੰਦੀਆਂ ਸ਼ਾਮਲ ਹੋਣਗੀਆਂ। ਅਸੀਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਾਂਗੇ ਕਿ ਉਹ ਇਸ ਕਮੇਟੀ ਦਾ ਹਿੱਸਾ ਬਣਨ, ਕਿਉਂਕਿ ਛੇਤੀ ਹੀ ਇਹ ਕੌਮੀ ਮੁੱਦਾ ਬਣ ਜਾਵੇਗਾ। ਚੀਫ ਜਸਟਿਸ ਨੇ ਕੇਸ ਦੀ ਅਗਲੀ ਸੁਣਵਾਈ ਵੀਰਵਾਰ ਲਈ ਨਿਰਧਾਰਤ ਕਰਦਿਆਂ ਕਿਹਾ, ਤੁਸੀਂ ਸਾਰੇ ਇਕੱਠੇ ਬੈਠ ਕੇ ਕਮੇਟੀ ਮੈਂਬਰਾਂ ਬਾਰੇ ਸੰਭਾਵਨੀ ਸੂਚੀ ਤਿਆਰ ਕਰੋ। ਚੀਫ ਜਸਟਿਸ ਨੇ ਸਰਕਾਰ ਵੱਲੋਂ ਪੇਸ਼ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਮੁਖਤਾਬਤ ਹੁੰਦਿਆਂ ਕਿਹਾ, ਤੁਹਾਡੇ ਵੱਲੋਂ ਕੀਤੀ ਗੱਲਬਾਤ ਜ਼ਾਹਿਰਾ ਤੌਰ ਤੇ ਕੰਮ ਨਹੀਂ ਕਰ ਰਹੀ, ਇਹ ਨਾਕਾਮ ਹੁੰਦੀ ਲੱਗ ਰਹੀ ਹੈ। ਤੁਸੀਂ ਆਖ ਰਹੇ ਹੋ ਕਿ ਤੁਸੀਂ ਗੱਲਬਾਤ ਲਈ ਸਹਿਮਤ ਹੋ। ਇਸ ਤੇ ਮਹਿਤਾ ਨੇ ਕਿਹਾ ਕਿ ਸਰਕਾਰ ਦੀ ਕਿਸਾਨਾਂ ਨਾਲ ਗੱਲਬਾਤ ਜਾਰੀ ਸੀ। ਭਾਰਤੀ ਕਿਸਾਨ ਯੂਨੀਅਨ ਤੇ ਕੁਝ ਹੋਰ ਕਿਸਾਨ ਜਥੇਬੰਦੀਆਂ ਦਿੱਲੀ 'ਚ ਵੱਖ-ਵੱਖ ਥਾਈਂ ਪ੍ਰਦਰਸ਼ਨ ਕਰ ਰਹੀਆਂ ਹਨ, ਪਰ ਇਹਨਾਂ ਧਰਨਿਆਂ 'ਚ ਕੁਝ ਹੋਰ ਅੰਸਰ ਵੀ ਸ਼ਾਮਲ ਹੋ ਗਏ ਹਨ। ਮਹਿਤਾ ਨੇ ਕਿਹਾ ਕਿ ਸਰਕਾਰ ਕਿਸਾਨ ਹਿੱਤਾਂ ਖਿਲਾਫ ਕੋਈ ਕਦਮ ਨਹੀਂ ਚੁੱਕੇਗੀ। ਮਹਿਤਾ ਨੇ ਕਿਹਾ, ਅਸਲ ਮੁਸ਼ਕਲਾਂ ਉਹਨਾਂ ਦੀ ਪਹੁੰਚ ਨੂੰ ਲੈ ਕੇ ਹੈ। ਉਹਨਾਂ ਦਾ ਕਹਿਣਾ ਹੈ ਕਿ ਕਾਨੂੰਨ ਰੱਦ ਕਰੋ ਜਾਂ ਫਿਰ ਅਸੀਂ ਗੱਲਬਾਤ ਨਹੀਂ ਕਰਾਂਗੇ। ਉਹ ਗੱਲਬਾਤ ਦੌਰਾਨ ਹਾਂ ਜਾਂ ਨਾ ਵਾਲੀਆਂ ਤਖਤੀਆਂ ਨਾਲ ਲੈ ਕੇ ਆਉਂਦੇ ਹਨ। ਮੰਤਰੀ ਉਹਨਾਂ ਨਾਲ ਗੱਲਬਾਤ ਕਰ ਰਹੇ ਹੁੰਦੇ ਹਨ ਤੇ ਉਹ ਇਸ ਮੁੱਦੇ ਨੂੰ ਕਿਸਾਨਾਂ ਨਾਲ ਵਿਚਾਰਨਾ ਚਾਹੁੰਦੇ ਹਨ, ਪਰ ਉਹ ਆਪਣੀਆਂ ਕੁਰਸੀਆਂ ਘੁਮਾ ਲੈਂਦੇ ਹਨ ਤੇ ਹਾਂ ਨਾ ਵਾਲੀਆਂ ਤਖਤੀਆਂ ਵਿਖਾਉਂਦੇ ਹਨ। ਉਧਰ ਦਿੱਲੀ ਸਰਕਾਰ ਵੱਲੋਂ ਪੇਸ਼ ਰਾਹੁਲ ਮਹਿਰਾ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਤਾਂ ਮਹਿਤਾ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ। ਹੋਰਨਾਂ ਪਟੀਸ਼ਨਰਾਂ ਤੋਂ ਇੱਕ ਰਿਸ਼ਭ ਸ਼ਰਮਾ ਨੇ ਕਿਹਾ ਕਿ ਦਿੱਲੀ ਵਿੱਚ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਕੋਵਿਡ ਕੇਸਾਂ ਦੀ ਗਿਣਤੀ ਦਿਨ-ਬ-ਦਿਨ ਵੱਧ ਰਹੀ ਹੈ, ਲਿਹਾਜ਼ਾ ਧਰਨੇ ਨੂੰ ਫੌਰੀ ਰੋਕਣਾ ਬਣਦਾ ਹੈ। ਸ਼ਰਮਾ ਨੇ ਮੰਗ ਕੀਤੀ ਕਿ ਦਿੱਲੀ ਦੀਆਂ ਸਰਹੱਦਾਂ ਖੋਲੀਆਂ ਜਾਣ ਤੇ ਧਰਨਾਕਾਰੀ ਕਿਸਾਨਾਂ ਨੂੰ ਕਿਸੇ ਅਜਿਹੀ ਥਾਂ ਤਬਦੀਲ ਕੀਤਾ ਜਾਵੇ ਜਿੱਥੇ ਉਹ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਸਮਾਜਿਕ ਦੂਰੀ ਸਮੇਤ ਹੋਰਨਾਂ ਨਿਯਮਾਂ ਦੀ ਪਾਲਣਾ ਕਰਨ। ਪਟੀਸ਼ਨਰਾਂ ਨੇ ਕਿਹਾ ਕਿ ਹਜੂਮ ਨੂੰ ਹਟਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹਨਾਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਲੋੜੀਂਦੀਆਂ ਸਾਰੀਆਂ ਐਮਰਜੈਂਸੀ ਮੈਡੀਕਲ ਸੇਵਾਵਾਂ ਦਾ ਰਾਹ ਰੋਕ ਰੱਖਿਆ ਹੈ। ਸ਼ਰਮਾ ਨੇ ਕਿਹਾ ਕਿ ਕਈ ਲੋਕਾਂ ਨੂੰ ਅਕਸਰ ਵੱਖ-ਵੱਖ ਰਾਜਾਂ ਤੋਂ ਦਿੱਲੀ ਦੇ ਵੱਡੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਲਈ ਆਉਣਾ ਜਾਣਾ ਪੈਂਦਾ ਹੈ। ਸ਼ਰਮਾ ਨੇ ਕਿਹਾ ਕਿ ਦਿੱਲੀ ਦੀ ਸਰਹੱਦ ਤੇ ਧਰਨੇ ਲਾਈ ਬੈਠੇ ਕਿਸਾਨਾਂ ਦੀ ਜ਼ਿੰਦਗੀ ਖਤਰੇ 'ਚ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆ ਗਿਆ। ਤੁਸੀਂ ਬਣੇ ਰਹੋ ਪੰਜਾਬ ਮੇਲ USA TV ਦੇ ਨਾਲ। ਸਤਿ ਸ੍ਰੀ ਅਕਾਲ।